प्यारे विद्यार्थियों, मैं नवीन कुमार साइंस मास्टर सरकारी मिडल ਸਕੂਲ ਤੁਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਾਂ। ਅੱਜ ਅਸੀਂ 9ਵੀਂ ਜਮਾਤ ਦਾ ਅਧਿਆਇ 10 ਗੁਰਤਾਕਰਸ਼ਣ, ਜਿਸ ਨੂੰ ਅਸੀਂ ਗ੍ਰੈਵਿਟੇਸ਼ਨ ਵੀ ਕਹਿੰਦੇ ਹਾਂ, ਬਾਰੇ ਪੜ੍ਹਾਂਗੇ। ਵਿਦਿਆਰਥੀਓ, ਅਸੀਂ ਅਧਿਆਇ 8 ਵਿੱਚ ਵਸਤੂਆਂ ਦੀ ਵੱਖ-ਵੱਖ ਗਤੀ ਬਾਰੇ ਪੜ੍ਹਿਆ ਹੈ ਅਤੇ ਅਧਿਆਇ 9 ਵਿੱਚ ਅਸੀਂ ਗਤੀ ਦੇ ਕਾਰਕ ਬਲ ਬਾਰੇ ਪੜ੍ਹਿਆ ਹੈ। ਅਸੀਂ ਹਮੇਸ਼ਾ ਵੇਖਿਆ ਹੈ ਕਿ ਜਦੋਂ ਕਿਸੇ ਵਸਤੂ ਨੂੰ ਉਚਾਈ ਤੋਂ ਸੁੱਟਿਆ ਜਾਂਦਾ ਹੈ ਤਾਂ ਉਹ ਧਰਤੀ ਵੱਲ ਹੀ ਡਿੱਗਦੀ ਹੈ। ਅਸੀਂ ਜਾਣਦੇ ਹਾਂ ਕਿ ਸਾਰੇ ਗ੍ਰਹਿ ਸੂਰਜ ਦੁਆਲੇ ਹੀ ਚੱਕਰ ਲਗਾਉਂਦੇ ਹਨ। ਸਾਡਾ ਪਿਆਰਾ ਚੰਨ ਵੀ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ। ਇਹਨਾਂ ਸਾਰੀਆਂ ਅਵਸਥਾਵਾਂ ਵਿੱਚ ਵਸਤੂਆਂ, ਗ੍ਰਹਿਆਂ ਅਤੇ ਚੰਨ ਉੱਤੇ ਕੋਈ ਬਲ ਕਿਰਿਆ ਕਰਦਾ ਹੋਣਾ ਚਾਹੀਦਾ ਹੈ। ਆਈਜ਼ੈਕ ਨਿਊਟਨ ਇਸ ਗੱਲ ਨੂੰ ਸਮਝ ਗਏ ਕਿ ਸਾਰੀਆਂ ਅਵਸਥਾਵਾਂ ਵਿੱਚ ਇੱਕ ਹੀ ਬਲ ਕਿਰਿਆ ਕਰਦਾ ਹੈ। ਇਸ ਬਲ ਨੂੰ ਗੁਰਤਾਕਰਸ਼ਣ ਬਲ ਜਾਂ ਗ੍ਰੈਵਿਟੇਸ਼ਨਲ ਫੋਰਸ ਕਿਹਾ ਜਾਂਦਾ ਹੈ। ਆਓ ਅਸੀਂ ਹੁਣ ਗੁਰਤਾਕਰਸ਼ਣ ਜਾਂ ਗ੍ਰੈਵਿਟੇਸ਼ਨ ਬਾਰੇ ਜਾਣਦੇ ਹਾਂ। ਸਾਨੂੰ ਪਤਾ ਹੈ ਕਿ ਚੰਨ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ। ਕਿਸੇ ਵਸਤੂ ਨੂੰ ਜਦੋਂ ਉੱਪਰ ਵੱਲ ਸੁੱਟਿਆ ਜਾਂਦਾ ਹੈ ਤਾਂ ਇਹ ਇੱਕ ਨਿਸ਼ਚਿਤ ਉਚਾਈ 'ਤੇ ਪਹੁੰਚਣ ਤੋਂ ਬਾਅਦ ਹੇਠਾਂ ਵੱਲ ਡਿੱਗਦੀ ਹੈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਨਿਊਟਨ ਇੱਕ ਦਰਖਤ ਥੱਲੇ ਬੈਠੇ ਸਨ ਤਾਂ ਇੱਕ ਸੇਬ ਉਹਨਾਂ ਉੱਤੇ ਆ ਕੇ ਡਿੱਗਿਆ। ਉਸਨੇ ਸੋਚਿਆ ਕਿ ਜੇਕਰ ਧਰਤੀ ਸੇਬ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੀ ਹੈ ਤਾਂ ਕੀ ਇਹ ਚੰਨ ਨੂੰ ਆਕਰਸ਼ਿਤ ਨਹੀਂ ਕਰ ਸਕਦੀ? ਕਿ ਦੋਨਾਂ ਅਵਸਥਾਵਾਂ ਵਿੱਚ ਇੱਕ ਹੀ ਕਿਸਮ ਦਾ ਬਲ ਲੱਗ ਰਿਹਾ ਹੈ। ਉਸਨੇ ਅੰਦਾਜ਼ਾ ਲਗਾਇਆ ਕਿ ਦੋਨਾਂ ਅਵਸਥਾਵਾਂ ਵਿੱਚ ਇੱਕ ਹੀ ਕਿਸਮ ਦਾ ਬਲ ਲੱਗ ਰਿਹਾ ਹੈ। ਜੇਕਰ ਦੋਨਾਂ ਅਵਸਥਾਵਾਂ ਵਿੱਚ ਇੱਕ ਹੀ ਕਿਸਮ ਦਾ ਬਲ ਲੱਗ ਰਿਹਾ ਹੈ ਤਾਂ ਅਸੀਂ ਚੰਨ ਨੂੰ ਕਿਉਂ ਧਰਤੀ ਵੱਲ ਡਿੱਗਦਾ ਹੋਇਆ ਨਹੀਂ ਦੇਖਦੇ? ਉਸਨੇ ਦੱਸਿਆ ਕਿ ਆਪਣੇ ਗ੍ਰਹਿ ਮਾਰਗ ਜਾਂ ਪਥ ਦੇ ਹਰੇਕ ਬਿੰਦੂ 'ਤੇ ਚੰਨ ਕਿਸੇ ਸਰਲ ਰੇਖੀ ਪਥ 'ਤੇ ਗਤੀ ਨਹੀਂ ਕਰਦਾ, ਬਲਕਿ ਧਰਤੀ ਵੱਲ ਡਿੱਗਦਾ ਰਹਿੰਦਾ ਹੈ। ਧਰਤੀ ਦੀ ਸਤਹ ਪੂਰੀ ਤਰ੍ਹਾਂ ਸਮਤਲ ਨਹੀਂ ਹੈ, ਬਲਕਿ ਇਹ ਗੋਲਾਕਾਰ ਹੈ। ਜਿਵੇਂ ਹੀ ਚੰਨ ਧਰਤੀ ਦੀ ਸਤਹ ਵੱਲ ਵੱਧਦਾ ਹੈ, ਇਹ ਸਤਹ ਗੋਲਾਕਾਰ ਹੋਣ ਕਾਰਨ ਅੰਦਰ ਵੱਲ ਮੁੜ ਜਾਂਦੀ ਹੈ ਅਤੇ ਚੰਨ ਧਰਤੀ ਦੀ ਸਤਹ ਉੱਤੇ ਨਹੀਂ ਪਹੁੰਚ ਪਾਉਂਦਾ। ਇਸੇ ਲਈ ਚੰਨ ਧਰਤੀ ਵੱਲ ਡਿੱਗਦਾ ਹੋਇਆ ਨਹੀਂ ਦਿਖਦਾ ਹੈ। ਆਓ ਅਸੀਂ ਹੁਣ ਚੰਨ ਦੀ ਗਤੀ ਨੂੰ ਸਮਝਣ ਲਈ ਇੱਕ ਕਿਰਿਆ ਕਰਦੇ ਹਾਂ। ਇਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਚੱਕਰ ਦੀ ਸਪਰਸ਼ ਰੇਖਾ ਜਾਂ ਟੇਂਜੈਂਟ ਲਾਈਨ ਕੀ ਹੁੰਦੀ ਹੈ। ਇੱਕ ਸਰਲ ਰੇਖਾ ਜੋ ਚੱਕਰ ਨੂੰ ਸਿਰਫ ਇੱਕ ਬਿੰਦੂ 'ਤੇ ਛੂੰਹਦੀ ਹੈ, ਉਸ ਨੂੰ ਚੱਕਰ ਦੀ ਸਪਰਸ਼ ਰੇਖਾ ਕਿਹਾ ਜਾਂਦਾ ਹੈ। ਤੁਸੀਂ ਨਾਲ ਲੱਗਦੇ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਸਰਲ ਰੇਖਾ ABC ਚੱਕਰ ਨੂੰ ਬਿੰਦੂ B ਉੱਤੇ ਛੂਹ ਰਹੀ ਹੈ, ਇਸ ਲਈ ਇਹ ਚੱਕਰ ਦੀ ਇੱਕ ਸਪਰਸ਼ ਰੇਖਾ ਹੈ। ਆਓ ਹੁਣ ਅਸੀਂ ਕਿਰਿਆ ਵੱਲ ਵੱਧਦੇ ਹਾਂ। ਇੱਕ ਧਾਗੇ ਦਾ ਟੁਕੜਾ ਲਵੋ, ਇਸ ਦੇ ਇੱਕ ਸਿਰੇ 'ਤੇ ਛੋਟਾ ਪੱਥਰ ਬੰਨੋ ਅਤੇ ਦੂਸਰੇ ਸਿਰੇ ਨੂੰ ਪਕੜ ਕੇ ਪੱਥਰ ਨੂੰ ਗੋਲਾਕਾਰ ਪਥ ਵਿੱਚ ਘੁਮਾਓ। ਪੱਥਰ ਸਥਿਰ ਮਾਨ ਵੇਗ ਨਾਲ ਜਾਂ ਯੂਨੀਫਾਰਮ ਵੈਲੋਸਿਟੀ ਨਾਲ ਚੱਕਰਾਕਾਰ ਪਥ ਵਿੱਚ ਘੁੰਮੇਗਾ। ਪੱਥਰ ਦੀ ਗਤੀ ਦੀ ਦਿਸ਼ਾ ਵੇਖੋ। ਹੁਣ ਧਾਗੇ ਨੂੰ ਛੱਡ ਦਿਓ। ਦੁਬਾਰਾ ਪੱਥਰ ਦੀ ਗਤੀ ਦੀ ਦਿਸ਼ਾ ਦੇਖੋ।
ਜੇਕਰ ਅਸੀਂ ਪੱਥਰ ਨੂੰ ਚੱਕਰ ਦੇ ਵੱਖ-ਵੱਖ ਬਿੰਦੂਆਂ 'ਤੇ ਛੱਡਦੇ ਹਾਂ ਤਾਂ ਇਹ ਵੱਖ-ਵੱਖ ਦਿਸ਼ਾਵਾਂ ਵਿੱਚ ਜਾਵੇਗਾ। ਇਸ ਤੋਂ ਪਤਾ ਚੱਲਦਾ ਹੈ ਕਿ ਹਰੇਕ ਬਿੰਦੂ 'ਤੇ ਉਸ ਦੀ ਗਤੀ ਦੀ ਦਿਸ਼ਾ ਬਦਲ ਰਹੀ ਹੈ, ਕਿਉਂਕਿ ਦਿਸ਼ਾ ਬਦਲਣ ਕਾਰਨ ਹੁਣ ਪੱਥਰ ਦਾ ਵੇਗ ਜਾਂ ਵੈਲੋਸਿਟੀ ਬਦਲ ਰਹੀ ਹੈ। ਇਸ ਲਈ ਪੱਥਰ ਵਿੱਚ ਪ੍ਰਵੇਗ ਜਾਂ ਐਕਸਲਰੇਸ਼ਨ ਪੈਦਾ ਹੋ ਰਹੀ ਹੈ। ਇਸ ਕਿਰਿਆ ਨੂੰ ਕਰਨ ਲੱਗੇ ਸਾਵਧਾਨੀਆਂ ਵਰਤਣੀਆਂ ਹਨ। ਪਹਿਲੀ ਸਾਵਧਾਨੀ ਇਹ ਹੈ, ਇਸ ਕਿਰਿਆ ਨੂੰ ਅਸੀਂ ਆਪਣੀ ਕਲਾਸ ਦੇ ਵਿੱਚ ਨਹੀਂ ਕਰਨਾ ਹੈ, ਕਿਉਂਕਿ ਪੱਥਰ ਛੱਡਣ ਸਮੇਂ ਕਿਸੇ ਚੀਜ਼ ਨਾਲ ਟਕਰਾ ਸਕਦਾ ਹੈ, ਕੋਈ ਚੀਜ਼ ਟੁੱਟ ਸਕਦੀ ਹੈ। ਜਦੋਂ ਅਸੀਂ ਇਸ ਕਿਰਿਆ ਨੂੰ ਖੁੱਲ੍ਹੇ ਵਿੱਚ ਵੀ ਕਰਨਾ ਹੈ ਤਾਂ ਇਹ ਨਿਸ਼ਚਿਤ ਕਰ ਲੈਣਾ ਹੈ ਵੀ ਸਾਡੇ ਸਾਥੀ ਜੋ ਹੈ ਸਾਡੇ ਤੋਂ ਬਹੁਤ ਦੂਰ ਖੜ੍ਹੇ ਹਨ, ਤਾਂ ਕਿ ਪੱਥਰ ਛੱਡਣ ਸਮੇਂ ਪੱਥਰ ਉਹਨਾਂ ਨਾਲ ਨਾ ਟਕਰਾ ਜਾਵੇ। ਜਿਹੜੇ ਬਲ ਦੇ ਕਾਰਨ ਪ੍ਰਵੇਗ ਪੈਦਾ ਹੋ ਰਿਹਾ ਹੈ ਅਤੇ ਜਿਸ ਨੇ ਵਸਤੂ ਨੂੰ ਚੱਕਰਾਕਾਰ ਪਥ ਵਿੱਚ ਗਤੀਸ਼ੀਲ ਰੱਖਿਆ ਹੈ, ਉਹ ਬਲ ਕੇਂਦਰ ਵੱਲ ਲੱਗ ਰਿਹਾ ਹੈ। ਇਸ ਬਲ ਨੂੰ ਕੇਂਦਰਮੁਖੀ ਬਲ ਜਾਂ ਸੈਂਟਰੀਪੈਟਲ ਫੋਰਸ ਕਿਹਾ ਜਾਂਦਾ ਹੈ। ਜੇਕਰ ਅਸੀਂ ਧਾਗੇ ਨੂੰ ਛੱਡ ਦਿੰਦੇ ਹਾਂ ਤਾਂ ਪੱਥਰ ਉਸ ਬਿੰਦੂ 'ਤੇ ਚੱਕਰ ਦੀ ਸਪਰਸ਼ ਰੇਖਾ ਦੀ ਦਿਸ਼ਾ ਵਿੱਚ ਗਤੀਸ਼ੀਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਚੰਨ ਦੀ ਧਰਤੀ ਦੁਆਲੇ ਗਤੀ ਇੱਕ ਕੇਂਦਰਮੁਖੀ ਜਾਂ ਸੈਂਟਰੀਪੈਟਲ ਫੋਰਸ ਕਾਰਨ ਹੈ। ਇਹ ਕੇਂਦਰਮੁਖੀ ਬਲ ਧਰਤੀ ਦੇ ਗੁਰਤਾਕਰਸ਼ਣ ਬਲ ਕਾਰਨ ਹੁੰਦਾ ਹੈ। ਜੇਕਰ ਕੁਝ ਸੈਕਿੰਡ ਲਈ ਧਰਤੀ ਦਾ ਗੁਰਤਾਕਰਸ਼ਣ ਖਤਮ ਹੋ ਜਾਵੇ ਤਾਂ ਚੰਨ ਆਪਣੇ ਚੱਕਰਾਕਾਰ ਪਥ ਨੂੰ ਛੱਡ ਕੇ ਇੱਕ ਸਮਾਨ ਗਤੀ ਨਾਲ ਸਰਲ ਰੇਖਾ ਵਿੱਚ ਅੱਗੇ ਵਧੇਗਾ ਅਤੇ ਧਰਤੀ ਤੋਂ ਬਹੁਤ ਦੂਰ ਚਲਾ ਜਾਵੇਗਾ। ਪਿਆਰੇ ਵਿਦਿਆਰਥੀਓ, ਅਸੀਂ ਹਮੇਸ਼ਾ ਦੇਖਿਆ ਹੈ ਕਿ ਡਿੱਗਦਾ ਸੇਬ ਧਰਤੀ ਵੱਲ ਆਕਰਸ਼ਿਤ ਹੁੰਦਾ ਹੈ ਕਿ ਸੇਬ ਵੀ ਧਰਤੀ ਨੂੰ ਆਕਰਸ਼ਿਤ ਕਰਦਾ ਹੈ। ਜੇਕਰ ਅਜਿਹਾ ਹੈ ਤਾਂ ਅਸੀਂ ਧਰਤੀ ਨੂੰ ਸੇਬ ਵੱਲ ਗਤੀ ਕਰਦੇ ਨਹੀਂ ਦੇਖਦੇ। ਅਜਿਹਾ ਕਿਉਂ? ਆਓ ਅਸੀਂ ਇਹ ਜਾਣਨ ਲਈ ਨਿਊਟਨ ਦੇ ਗਤੀ ਨਿਯਮਾਂ ਦੀ ਵਰਤੋਂ ਕਰਦੇ ਹਾਂ। ਗਤੀ ਦੇ ਤੀਜੇ ਨਿਯਮ ਅਨੁਸਾਰ ਜਦੋਂ ਇੱਕ ਵਸਤੂ ਦੂਜੀ ਵਸਤੂ 'ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ 'ਤੇ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਸੇਬ ਦੁਆਰਾ ਧਰਤੀ 'ਤੇ ਲਗਾਇਆ ਗਿਆ ਬਲ ਬਰਾਬਰ ਹੈ ਧਰਤੀ ਦੁਆਰਾ ਸੇਬ 'ਤੇ ਲਗਾਏ ਬਲ ਦੇ। ਭਾਵ ਇਹ ਹੈ ਕਿ ਸੇਬ ਅਤੇ ਧਰਤੀ ਦੋਵੇਂ ਬਰਾਬਰ ਬਲ ਨਾਲ ਇੱਕ ਦੂਜੇ ਨੂੰ ਆਪਣੇ ਵੱਲ ਖਿੱਚ ਰਹੇ ਹਨ। ਹੁਣ ਗਤੀ ਦੇ ਦੂਜੇ ਨਿਯਮ ਅਨੁਸਾਰ ਕਿਸੇ ਵਸਤੂ ਉੱਤੇ ਲੱਗੇ ਬਲ ਜਾਂ ਫੋਰਸ ਨੂੰ ਉਸ ਵਸਤੂ ਵਿੱਚ ਪੈਦਾ ਹੋਏ ਪ੍ਰਵੇਗ ਜਾਂ ਐਕਸਲਰੇਸ਼ਨ ਅਤੇ ਵਸਤੂ ਦੇ ਪੁੰਜ ਜਾਂ ਮਾਸ ਦੇ ਗੁਣਨਫਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਵ ਬਲ ਜਾਂ ਫੋਰਸ F ਬਰਾਬਰ ਹੈ ਪੁੰਜ M ਗੁਣਾ ਪ੍ਰਵੇਗ A, ਜਾਂ ਇਸ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ A ਬਰਾਬਰ ਹੈ F ਬਟੇ M, ਜਾਂ ਅਸੀਂ ਕਹਿ ਸਕਦੇ ਹਾਂ ਵੀ A ਉਲਟ ਅਨੁਪਾਤੀ ਹੈ M ਦੇ। ਉਲਟ ਅਨੁਪਾਤੀ ਦਾ ਮਤਲਬ ਹੁਣ ਕੀ ਹੁੰਦਾ ਹੈ ਵੀ ਜੇਕਰ ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਵੱਧਦੀ ਹੈ ਤਾਂ ਉਹ ਸਿੱਧਾ ਅਨੁਪਾਤੀ ਹੁੰਦਾ ਹੈ। ਜੇਕਰ ਇੱਕ ਚੀਜ਼ ਦੇ ਵਧਣ ਨਾਲ ਦੂਜੀ ਚੀਜ਼ ਕੋਈ ਘਟਦੀ ਹੈ ਤਾਂ ਇਸ ਨੂੰ ਅਸੀਂ ਉਲਟ ਅਨੁਪਾਤੀ ਕਹਿੰਦੇ ਹਾਂ। ਅਸੀਂ ਦੇਖ ਸਕਦੇ ਹਾਂ ਸਮੀਕਰਨ ਦੇ ਵਿੱਚ A ਉਲਟ ਅਨੁਪਾਤੀ ਹੈ M ਦੇ, ਮਤਲਬ A ਅਨੁਪਾਤ 1/M ਹੈ। ਤਾਂ ਹੁਣ ਸਮੀਕਰਨ 1 ਤੋਂ ਅਸੀਂ ਕਹਿ ਸਕਦੇ ਹਾਂ ਵੀ ਕਿਸੇ ਦਿੱਤੇ ਹੋਏ ਬਲ ਲਈ ਪ੍ਰਵੇਗ ਵਸਤੂ ਦੇ ਪੁੰਜ ਦੇ ਉਲਟ ਅਨੁਪਾਤੀ ਜਾਂ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ।
समीकरण 1 ਤੋਂ ਸਾਨੂੰ ਪਤਾ ਚੱਲਦਾ ਹੈ ਵੀ ਜਿਵੇਂ ਜਿਵੇਂ m ਦੀ ਵੈਲਿਊ ਜਾਂ ਉਸ ਦਾ ਮਾਨ ਵੱਧਦਾ ਹੈ ਤਾਂ 1/m ਘਟਦਾ ਹੈ, ਭਾਵ ਪ੍ਰਵੇਗ a ਘਟਦਾ ਹੈ। ਜੇਕਰ m ਘਟਦਾ ਹੈ ਤਾਂ ਪ੍ਰਵੇਗ a ਵੱਧਦਾ ਹੈ। ਧਰਤੀ ਦੇ ਪੁੰਜ ਦੀ ਤੁਲਨਾ ਵਿੱਚ ਸੇਬ ਦਾ ਪੁੰਜ ਬਹੁਤ ਘੱਟ ਹੁੰਦਾ ਹੈ, ਇਸ ਲਈ ਸੇਬ ਵਿੱਚ ਪੈਦਾ ਹੋਇਆ ਪ੍ਰਵੇਗ a ਧਰਤੀ ਦੀ ਤੁਲਨਾ ਵਿੱਚ ਬਹੁਤ ਵੱਧ ਹੁੰਦਾ ਹੈ। ਇਸ ਲਈ ਅਸੀਂ ਧਰਤੀ ਨੂੰ ਸੇਬ ਵੱਲ ਗਤੀ ਕਰਦੇ ਹੋਏ ਨਹੀਂ ਦੇਖਦੇ, ਬਲਕਿ ਹਮੇਸ਼ਾ ਸੇਬ ਨੂੰ ਹੀ ਧਰਤੀ ਵੱਲ ਡਿੱਗਦਾ ਹੋਇਆ ਦੇਖਦੇ ਹਾਂ। ਜੇਕਰ ਅਸੀਂ ਇਸ ਤਰਕ ਨੂੰ ਧਰਤੀ ਅਤੇ ਚੰਨ ਉੱਤੇ ਲਗਾ ਕੇ ਵੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਧਰਤੀ ਚੰਨ ਵੱਲ ਗਤੀ ਨਹੀਂ ਕਰਦੀ, ਪਰ ਚੰਨ ਧਰਤੀ ਨਾਲ ਕਿਸੇ ਖਿੱਚ ਬਲ ਕਾਰਨ ਜੁੜਿਆ ਹੈ। ਇਸੇ ਤਰ੍ਹਾਂ ਸੂਰਜ ਮੰਡਲ ਵਿੱਚ ਸਾਰੇ ਗ੍ਰਹਿ ਸੂਰਜ ਦੇ ਦੁਆਲੇ ਪਰਿਕਰਮਾ ਕਰਦੇ ਹਨ। ਸਾਡੀ ਧਰਤੀ ਵੀ ਸੂਰਜ ਦੁਆਲੇ ਚੱਕਰ ਲਗਾ ਰਹੀ ਹੈ, ਕਿਸੇ ਖਿੱਚ ਬਲ ਕਾਰਨ ਇਹ ਸੂਰਜ ਨਾਲ ਜੁੜੀ ਹੋਈ ਹੈ। ਹੁਣ ਧਰਤੀ ਇਸ ਉੱਤੇ ਪਈਆਂ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਇਹ ਸੂਰਜ ਚੰਦਰਮਾ ਨੂੰ ਵੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਤੱਥਾਂ ਤੋਂ ਨਿਊਟਨ ਨੇ ਸਿੱਟਾ ਕੱਢਿਆ ਕਿ ਸਿਰਫ ਧਰਤੀ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਕਰਸ਼ਿਤ ਨਹੀਂ ਕਰਦੀ, ਬਲਕਿ ਬ੍ਰਹਿਮੰਡ ਵਿੱਚ ਸਾਰੀਆਂ ਵਸਤੂਆਂ ਇੱਕ ਦੂਜੇ ਨੂੰ ਆਕਰਸ਼ਿਤ ਕਰ ਰਹੀਆਂ ਹਨ। ਵਸਤੂਆਂ ਵਿੱਚ ਇਸ ਆਕਰਸ਼ਣ ਬਲ ਜਾਂ ਖਿੱਚ ਬਲ ਨੂੰ ਗੁਰਤਾਕਰਸ਼ਣ ਬਲ ਕਿਹਾ ਜਾਂਦਾ ਹੈ। ਵਿਦਿਆਰਥੀਓ, ਆਓ ਅਸੀਂ ਹੁਣ ਗੁਰਤਾਕਰਸ਼ਣ ਦਾ ਸਰਵਵਿਆਪੀ ਨਿਯਮ ਜਾਂ ਯੂਨੀਵਰਸਲ ਲਾਅ ਆਫ ਗ੍ਰੈਵਿਟੇਸ਼ਨ ਬਾਰੇ ਜਾਣਦੇ ਹਾਂ। ਇਸ ਨਿਯਮ ਅਨੁਸਾਰ ਬ੍ਰਹਿਮੰਡ ਵਿੱਚ ਹਰੇਕ ਵਸਤੂ ਹਰ ਦੂਸਰੀ ਵਸਤੂ ਨੂੰ ਇੱਕ ਬਲ ਨਾਲ ਆਕਰਸ਼ਿਤ ਕਰਦੀ ਹੈ, ਜਿਹੜਾ ਉਹਨਾਂ ਦੇ ਪੁੰਜਾਂ ਜਾਂ ਮਾਸਸ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਜਾਂ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ, ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਜਾਂ ਡਿਸਟੈਂਸਸ ਦੇ ਵਰਗ ਦੇ ਉਲਟ ਅਨੁਪਾਤੀ ਜਾਂ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ। ਇਹ ਬਲ ਹਮੇਸ਼ਾ ਉਹਨਾਂ ਦੋਵੇਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ। ਮੰਨ ਲਓ ਦੋ ਵਸਤੂਆਂ A ਅਤੇ B ਦੇ ਪੁੰਜ ਕ੍ਰਮਵਾਰ ਕੈਪੀਟਲ M ਅਤੇ ਸਮਾਲ m ਹਨ। ਤੁਸੀਂ ਚਿੱਤਰ ਦੇਖ ਸਕਦੇ ਹੋ। ਚਿੱਤਰ ਦੇ ਵਿੱਚ ਦੋਨੋਂ ਵਸਤੂਆਂ ਨੂੰ ਦਰਸਾਇਆ ਗਿਆ ਹੈ। ਦੋਨਾਂ ਵਸਤੂਆਂ ਵਿਚਕਾਰ ਦੂਰੀ ਜੋ ਕਿ ਇਹਨਾਂ ਦੇ ਕੇਂਦਰਾਂ ਤੋਂ ਮਾਪੀ ਗਈ ਹੈ ਉਹ d ਹੈ। ਮੰਨ ਲਵੋ ਦੋਨਾਂ ਵਸਤੂਆਂ ਵਿਚਕਾਰ ਆਕਰਸ਼ਣ ਬਲ F ਹੈ। ਹੁਣ ਗੁਰਤਾਕਰਸ਼ਣ ਦੇ ਸਰਵਵਿਆਪੀ ਨਿਯਮ ਅਨੁਸਾਰ ਦੋਨਾਂ ਵਸਤੂਆਂ ਵਿਚਕਾਰ ਲੱਗਣ ਵਾਲਾ ਬਲ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਜਾਂ ਅਸੀਂ ਕਹਿ ਸਕਦੇ ਹਾਂ ਪ੍ਰੋਡਕਟ ਆਫ ਮਾਸਸ ਦੇ ਸਿੱਧਾ ਅਨੁਪਾਤੀ ਹੈ, ਭਾਵ ਕਿ F ਅਨੁਪਾਤੀ ਹੈ m ਗੁਣਾ m ਦੇ, ਜਿਸ ਨੂੰ ਅਸੀਂ ਸਮੀਕਰਨ 1 ਦਾ ਨਾਮ ਦਿੰਦੇ ਹਾਂ। ਹੁਣ ਦੋਨਾਂ ਵਸਤੂਆਂ ਵਿਚਕਾਰ ਲੱਗਣ ਵਾਲਾ ਬਲ ਉਹਨਾਂ ਦੇ ਕੇਂਦਰਾਂ ਵਿਚਕਾਰਲੀ ਦੂਰੀ ਦੇ ਵਰਗ ਜਾਂ ਸਕੁਏਅਰ ਆਫ ਡਿਸਟੈਂਸ ਦੇ ਉਲਟ ਅਨੁਪਾਤੀ ਹੁੰਦਾ ਹੈ, ਭਾਵ F ਅਨੁਪਾਤੀ ਹੈ 1/d ਦੇ ਵਰਗ ਦੇ, ਜਾਂ ਅਸੀਂ ਕਹਿ ਸਕਦੇ ਹਾਂ F ਉਲਟ ਅਨੁਪਾਤੀ ਹੈ d ਦੇ ਵਰਗ ਦੇ। ਹੁਣ ਅਸੀਂ ਇਸ ਨੂੰ ਸਮੀਕਰਨ 2 ਦਾ ਨਾਮ ਦਿੰਦੇ ਹਾਂ। ਹੁਣ ਅਸੀਂ ਸਮੀਕਰਨ 1 ਅਤੇ 2 ਨੂੰ ਮਿਲਾਉਂਦੇ ਹਾਂ ਤੇ ਅਸੀਂ ਵੇਖਦੇ ਹਾਂ ਕਿ F ਅਨੁਪਾਤੀ ਹੈ ਉੱਪਰ m ਗੁਣਾ m ਦੇ ਬਟੇ d ਦੇ ਵਰਗ ਦੇ, ਜਾਂ F ਬਰਾਬਰ ਹੈ g m ਗੁਣਾ m ਬਟੇ d ਸਕੁਏਅਰ ਦੇ। ਇੱਥੇ g ਇੱਕ ਅਨੁਪਾਤਕ ਸਥਿਰ ਅੰਕ ਹੈ ਅਤੇ ਸਰਵਵਿਆਪੀ ਗੁਰਤਵੀ ਸਥਿਰ ਅੰਕ ਜਾਂ ਯੂਨੀਵਰਸਲ ਗ੍ਰੈਵਿਟੇਸ਼ਨਲ ਕੌਂਸਟੈਂਟ ਅਖਵਾਉਂਦਾ ਹੈ। ਵਿਦਿਆਰਥੀਓ,
आओ असी हुण जी का मान पता करने लई अगे बढ़ते हाँ। साडे कोल आखिर विच प्राप्त की समीकरण है एफ बराबर है जी एम गुणा एम बटे डी स्केयर। जदों असी तिरछी गुणा करते हाँ तो सानू प्राप्त हुंदा है एफ गुणा डी स्केयर बराबर है जी एम गुणा एम दे। जदों असी एम गुणा एम नूं दूजे पासे ले जाते हाँ तो सानू प्राप्त हुंदा है एफ गुणा डी स्केयर बटे एम गुणा एम दे, जो कि साडा जी प्राप्त करने लई जी की कीमत प्राप्त करने लई एक फार्मूला तैयार हो गया है। जेकर असी इस समीकरण एक विच बल एफ, दूरी डी अते पुंज कैपिटल एम अते स्मॉल एम दियां इकाइयां दी वरतों करते हाँ तो असी जी की एसआई इकाई प्राप्त कर सकते हाँ। गुरुत्वी स्थिर अंक जां यूनीवर्सल ग्रैविटेशनल कॉन्सटेंट दी एसआई इकाई न्यूटन वर्ग मीटर प्रति वर्ग किलोग्राम हुंदी है, या असी इनू इंग्लिश दे विच भी पढ़ सकते हाँ न्यूटन मीटर स्क्वेयर पर किलोग्राम स्क्वेयर। हैनरी कैवेंडिश ने एक संवेदनशील तुला की वरतों करके गुरुत्वाकर्षण स्थिर अंक पता किया सी। जी का मननयोग मान है 6.673 इंटू 10⁻⁻11 न्यूटन मीटर स्क्वेयर पर किलोग्राम स्क्वेयर। आओ असी हुण गुरुत्वाकर्षण बल एफ के सूत्र की वरतों करके 9वीं जमात के दो दोस्तों विचकार गुरुत्वाकर्षण बल पता करते हाँ। मन लवो पहले दोस्त का पुंज 50 किलोग्राम है अते दूसरे दोस्त का पुंज 40 किलोग्राम है। दोनों एक दूसरे तो 1 मीटर दूर बैठे हैं। तो इत्थे साडा M1 बराबर है 50 किलोग्राम की, M2 बराबर है 40 किलोग्राम। दोनों विचकार दूरी D बराबर है 1 मीटर अते कैपिटल जी जिसनों असीं सर्वव्यापी गुरुत्वी स्थिरांक भी कहते हाँ उसकी कीमत है 6.67 गुणा 10⁻11 न्यूटन वर्ग मीटर प्रति वर्ग किलोग्राम। हुण गुरुत्वाकर्षण के सर्वव्यापी नियम अनुसार एफ बराबर है जी M1 गुणा M2 बटे डी का वर्ग। हुण असीं इस सूत्र दे विच कैपिटल जी M1 M2 अते डी दियां कीमतां भर दिंदे हाँ। असीं सज्जे हथ स्क्रीन दे विच देख सकते हाँ भी इन्हां सारियां दी कीमतां फार्मूले दे विच भर दित्तियां गईयां हन। हुण असीं 50 अते 40 नूं आपस दे विच गुणा करते हाँ तो साडा 2000 प्राप्त हुंदा है। जदों कि 6.67 गुणा 10⁻11 नूं असीं इसे तरह रख लैंदे हाँ। हुण 10⁻11 विचों 3 जीरोआं 2000 दियां 3 जीरोआं दे नाल कट्टियां जांदियां हन। तो साडे कोल हुण 10⁻8 प्राप्त हुंदी है अते दूसरा असीं 6.67 नूं 2 दे नाल गुणा कर दिता है तो साडे कोल 13.34 प्राप्त हुंदा है। तो साडा हुण फाइनल आंसर की आ गया 13.34 गुणा 10⁻8। जदों मैं इसनूं खोल के लिखिया तो मेरा आ गया 0.0000001334 न्यूटन। तो असीं देख सकते हाँ कि साडा गुरुत्वाकर्षण बल 1 न्यूटन के 10 खरबवें भाग तो भी किते घट है। यह गुरुत्वाकर्षण बल इन्ना कि ज़्यादा घट है कि दोनों दोस्त आपस दे विच एक दूसरे नूं नहीं खिंच सकते। हुण असीं धरती अते उसकी सतह के उत्ते खड़े दोस्त विचकार खिच बल पता करते हाँ जिसका पुंज 50 किलोग्राम है। इत्थे साडे कोल धरती का पुंज जिसनों असीं कैपिटल M दे नाल दर्शाया है वो बराबर है 6 गुणा 10⁻24 किलोग्राम। दोस्त का पुंज असी स्मॉल M दे नाल दर्शाया है जो कि बराबर है 50 किलोग्राम दे। दोनों विचकार दूरी D इत्थे धरती दे
अर्ध व्यास के बराबर है, जो कि 6400 किलोमीटर होंदा है, जिसनों असीं 6.4 गुणा 10 की घात 6 मीटर भी लिख सकते हैं। अते साडे कोल कैपिटल जी का मान है 6.67 गुणा 10 की घात घटो 11। हुण फिर असीं गुरुत्वाकर्षण के सर्वव्यापी नियम की वरतों करते हाँ। एफ बराबर जी एम गुणा एम बटे डी स्केयर की। इत्थे असीं सारिਆਂ ਦੇ मान भर दिंदे हाँ, तो असीं देख सकते हाँ भी साडे कोल एफ बराबर आ गया है 6.67 गुणा 10 की घात घटो 11 गुणा 6 गुणा 10 की घात 24 गुणा 50 बटे 6.4 गुणा 10 की घात 6 फिर सारे की घात 2। हुण असीं 6 अते 50 नूं गुणा कर लिया है, साडा 300 प्राप्त हो गया है। 10 की घात घटो 11 गुणा 10 की घात 24 नूं हल करन ते साडे कोल 10 की घात 13 प्राप्त होंदी है अते 6.67 साडा इसे तरह रह जाता है। अते नीचे जिहड़ा साडा हर है, हर नूं असीं उसे तरह लिख दिता है। जदों इस सारे नूं असीं हल करते हाँ तो साडा 488.5 न्यूटन फोर्स प्राप्त हुंदा है, जो कि किसी वस्तु नूं 9.8 मीटर प्रति वर्ग सैकेंड के प्रवेग नाल खिंचण लई पूर्ण तौर पर प्रभावशाली है। इसका मतलब इन्ने बल दे नाल, इन्ने फोर्स दे नाल 50 किलोग्राम का जो दोस्त है वो धरती वल 9.8 मीटर प्रति वर्ग सैकेंड की दर नाल गति कर सकता है। जेकर यही बल असीं 1 किलोमीटर की दूरी तो पता करते हाँ तो फिर असीं उसे सूत्र दे विच कीमतां भर देनियां हन। पर हुण जिहड़ी दूरी है साडी डी जो है उसनूं असीं 64,01,000 भरिया है, तो असीं इसनूं 64010 के वर्ग के रूप में लिख लिया है। असीं हुण फिर इनू हल करने की कोशिश करते हाँ। 50 गुणा 6 300 आ गया है। 10 की घात घटो 11 गुणा 10 की घात 24 हल करें तो 10 की घात 13 प्राप्त होती है। 6.67 नूं असीं इसे तरह रख लिया है अते नीचे असीं हल कर लिया है। तो साडा इसनूं हल करन उपरंत अंत दे विच जिहड़ा उत्तर आंदा है, जवाब आंदा है, वो 488.37 न्यूटन आंदा है। इसका मतलब 1 किलोमीटर की उचाई ते भी उस दोस्त लई, उस 50 किलोग्राम की वस्तु के लिए धरती के आकर्षण बल दे विच कोई ज़्यादा अंतर नहीं आया है। तो हुण भी धरती 1 किलोमीटर की उचाई ते उस वस्तु दे विच 9.8 मीटर प्रति वर्ग सैकेंड का प्रवेग पैदा कर सकती है। जेकर हुण यही बल असीं 1000 किलोमीटर की दूरी तो पता करते हाँ तो इस दे विच साडा डी बदल चुकिया है। हुण 6400 किलोमीटर की बजाय असीं 7400 किलोमीटर लेना है। मतलब 7.4 गुणा 10 की घात 6 इसका पूर्ण वर्ग असीं सूत्र दे विच भर देना है। तो साडे कोल हुण दोनों विच आकर्षण बल या फोर्स 365.4 न्यूटन पैदा हुंदा है। जेकर धरती इस 50 किलोग्राम की वस्तु नूं अपने वल खिंचदी है तो हुण भी यह उस वस्तु दे विच 7.3 मीटर प्रति वर्ग सैकेंड का प्रवेग पैदा करन दे योग है। जेकर असीं उस वस्तु नूं हज़ारां किलोमीटर उपर भी ले जाइए तो उत्थे भी धरती का गुरुत्वाकर्षण बल
उस वस्तु उत्ते महसूस किया जा सकता है। समीकरण 1 तो पता चलता है कि जिवें जिवें डी घटता है असी देख सकते हाँ भी जो फोर्स है, जो बल है, वो डी दे वर्ग दे उल्ट अनुपाती है। तो इसका मतलब जिमें जिमें डी घटता है, भाव वस्तु जिमें जिमें धरती के नेड़े आती है, तो गुरुत्वाकर्षण बल बढ़ता जाता है। यही कारण है कि सुतंत्र रूप विच हेठां वल डिग रही वस्तु का वेग धरती नेड़े आउण ते लगातार बढ़ता रहता है और उसके प्रवेग दे विच भी वाधा हुंदा है। दो वस्तुओं विचकार गुरुत्वाकर्षण बल उन्हां दे पुंजां दे उत्ते भी निर्भर करता है। सानू पता भी नैपच्यून ग्रह सूरज तो लगभग 4.5 बिलियन किलोमीटर दूर है अते ये अरबां किलोमीटर की दूरी तक भी दो वस्तुओं नूं आपस विच बन के रखण दे विच सहाई हुंदा है। तो गुरुत्वाकर्षण बल उन्हां दे पुंजां दे उत्ते निर्भर करता है। जेकर दोनों वस्तुओं का पुंज बहुत ज़्यादा है तो उन्हां विचकार जेकर दूरी वध भी जाती है तो यह गुरुत्वाकर्षण बल पूरी तरह प्रभावशाली रहिंदा है। आओ असी हुण गुरुत्वाकर्षण के सर्वव्यापी नियम का महत्व समझते हाँ। विद्यार्थियों, यह नियम अजिहे अनेक तत्थां की सफलतापूर्वक व्याख्या करता है जिन्हां दा आपस में कोई संबंध नहीं मन्निया जाता सी। जिवें असी हुणे उस बल बारे गणना की है जिसने सानू धरती नाल बन के रखिया है। विद्यार्थियों, ये बल सानू दसदा है कि किवें असी धरती दे नाल बन्ने हुए हाँ, जुड़े हुए हाँ। यह बल चंद की धरती दुआले गति बारे दसदा है। ये बल सानू ये भी दसदा है कि क्यों ग्रह सूरज दुआले गति कर रहे हैं। जदों चंद अते सूरज धरती दे एक ही पासे एक सीधी रेखा विच आ जाते हैं तो दोनों के गुरुत्वाकर्षण कारण समुद्र का पानी उपर वाल चढ़ जाता है अते जदों दोनों ही उस रेखा तो दूर हटते हैं तो पानी दोबारा नीचे आ जाता है। इस तरह यह चंद अते सूरज कारण आए ज्वार भाटे बारे भी सानू समझाता है। विद्यार्थियों, हुण तुसीं अपनी कापी उत्ते अभ्यास लई प्रश्न नोट करो। साडा पहला प्रश्न है, गुरुत्वाकर्षण का सर्वव्यापी नियम लिखो। साडा दूसरा प्रश्न है, एक डिगदा होया सेब धरती वाल आकर्षित हुंदा है कि सेब भी धरती नूं आकर्षित करता है। जेकर अजिहा है तो असी धरती नूं सेब वाल गति करते नहीं देखते, क्यों? साडा तीसरा प्रश्न है, गुरुत्वाकर्षण के सर्वव्यापी नियम का महत्व लिखो। साडा चौथा प्रश्न है, दो वस्तुओं के पुंज 50 किलोग्राम अते 60 किलोग्राम हैं अते उन्हां विचकार 10 मीटर की दूरी है तो उन्हां विचकार गुरुत्वाकर्षण बल पता करो। साडा आखिरी पंजवां प्रश्न है, केंद्रमुखी बल की हुंदा है? केंद्रमुखी बल की हुंदा है?